ਹੈਲੋ। ਸੋ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਮੈਡੀਵਲ ਹਿਸਟਰੀ ਸ਼ੁਰੂ ਕਰ ਰੱਖੀ ਹੈ, ਠੀਕ ਹੈ ਜੀ। ਇਹਦੇ ਵਿੱਚ ਆਪਾਂ ਸਾਰਾ ਕੁਝ ਪੜ੍ਹ ਗਏ, ਕਿਵੇਂ ਸਲੇਵ ਡਾਇਨੈਸਟੀ ਸ਼ੁਰੂ ਹੋਈ, ਸਲੇਵ ਡਾਇਨੈਸਟੀ ਸ਼ੁਰੂ ਕਿੱਥੋਂ ਹੋਈ, ਤਰਾਇਨ ਦੇ ਯੁੱਧ ਕਿਵੇਂ ਹੋਏ, ਸਾਰਾ ਕੁਝ ਇਹਦੇ ਪਿਛਲੇ ਲੈਕਚਰਾਂ ਦੇ ਵਿੱਚ ਪਿਆ ਹੈ, ਤੁਸੀਂ ਦੇਖ ਸਕਦੇ ਹੋ। ਠੀਕ ਹੈ ਜੀ। ਅੱਜ ਮੈਡੀਵਲ ਹਿਸਟਰੀ ਦੇ ਵਿੱਚ ਮੈਂ ਤੁਹਾਨੂੰ ਕਰਾਈ ਸੀ ਸਲੇਵ ਡਾਇਨੈਸਟੀ। ਸਲੇਵ ਡਾਇਨੈਸਟੀ ਕਿਹਨੇ ਸ਼ੁਰੂ ਕੀਤੀ ਸੀ? ਕੁਤਬੁੱਦੀਨ ਐਬਕ ਨੇ। ਉਹ ਤੋਂ ਬਾਅਦ ਉਹਦਾ ਸਕਸੈਸਰ ਇੱਕ ਹੋਰ ਸਲੇਵ ਆਇਆ ਜਿਹਦਾ ਨਾਮ ਕੀ ਸੀ? ਇਲਤੁਤਮਿਸ਼। ਇਹ ਸਾਰਾ ਕੁਝ ਆਪਾਂ ਕਵਰ ਕਰ ਚੁੱਕੇ। ਤੇ ਇਲਤੁਤਮਿਸ਼ ਨੂੰ ਕੀ ਕਿਹਾ ਗਿਆ? ਸਲੇਵ ਆਫ ਸਲੇਵ, ਕਿਉਂਕਿ ਇਹ ਇੱਕ ਗੁਲਾਮ ਦਾ ਵੀ ਗੁਲਾਮ ਸੀ ਤੇ ਇਹੀ ਇੱਕ ਰੀਅਲ ਫਾਊਂਡਰ ਸੀ ਕਿਹਦਾ? ਆਪਣੇ ਕੋਲੇ ਦਿੱਲੀ ਸਲਤਨਤ ਦਾ। ਕਿਹਦਾ? ਦਿੱਲੀ ਸਲਤਨਤ ਦਾ। ਕਿਉਂ? ਕਿਉਂਕਿ ਇਹਨੇ ਆਪਣੀ ਰਾਜਧਾਨੀ ਲਾਹੌਰ ਤੋਂ ਬਦਲ ਕੇ ਕਿੱਥੇ ਕਰ ਲਈ ਸੀ ਜੀ? ਦਿੱਲੀ ਦੇ ਵਿੱਚ ਕਰ ਲਈ ਸੀ। ਤੇ ਇਲਤੁਤਮਿਸ਼ ਤੋਂ ਬਾਅਦ ਇਹਦੇ ਲਗਭਗ ਚਾਰ ਮੁੰਡੇ ਸੀ, ਜਿਹਦੇ ਵਿੱਚ ਬਹਿਰਾਮ ਸ਼ਾਹ, ਠੀਕ ਹੈ, ਬਹਿਰਾਮ ਸੀਗਾ ਇੱਕ ਦਾ ਨਾਮ, ਇੱਕ ਕੌਣ ਸੀਗਾ ਆਪਣੇ ਕੋਲ? ਰੁਕਨੁਦੀਨ ਸੀਗਾ, ਠੀਕ ਹੈ ਜੀ। ਦੋ ਹੋਰ ਸੀਗੇ, ਪਰ ਕੀ ਹੋ ਗਿਆ ਸੀਗਾ ਅਚਾਨਕ ਹੀ ਇਹਨਾਂ ਦੀ ਕੀ ਹੋ ਗਈ ਸੀ ਜੀ? ਕਿਸੇ ਦੀ ਮੌਤ ਹੋ ਗਈ ਸੀ ਤੇ ਕੋਈ ਆਪਣੇ ਇਹਦੇ ਕਾਬਿਲ ਨਹੀਂ ਸੀ। ਪਰ ਕਿਤੇ ਕਿਤੇ ਇਹ ਵੀ ਮਿਲਦਾ ਕਿ ਇਹਦੇ ਲਗਭਗ 50 ਮੁੰਡੇ ਸੀ, ਜਿਹਦੇ ਵਿੱਚੋਂ ਮੇਨਲੀ ਇਹ ਚਾਰ ਕੁ ਨਾਮ ਹੀ ਮਿਲਦੇ ਨੇ। ਤੇ ਇਹਦੀ ਇੱਕ ਕੁੜੀ ਵੀ ਸੀ ਜਿਹਦਾ ਨਾਮ ਕੀ ਸੀ? ਰਜ਼ੀਆ ਸੁਲਤਾਨ। ਕੀ ਨਾਮ ਸੀ ਜੀ? ਰਜ਼ੀਆ ਸੁਲਤਾਨ, ਜਿਹਦੇ ਬਾਰੇ ਆਪਾਂ ਅੱਜ ਪੜਾਂਗੇ। ਬਹੁਤ ਹੀ ਵਧੀਆ ਰੂਲਰ ਸੀਗੀ ਇਹ ਇੱਕ ਤਰੀਕੇ ਨਾਲ, ਤੇ ਇਹ ਦਿੱਲੀ ਸਲਤਨਤ ਦੀ ਇਕਲੌਤੀ ਫੀਮੇਲ ਰੂਲਰ ਸੀ, ਠੀਕ ਹੈ ਜੀ, ਇਕਲੌਤੀ। ਇਹ ਤੋਂ ਇਲਾਵਾ ਨਾ ਕੋਈ ਹੋਰ ਹੋਈ ਤੇ ਇੰਨੀ ਵਧੀਆ ਸ਼ਾਇਦ ਕੋਈ ਹੋਰ ਨਾ ਹੋ ਪਾਉਂਦੀ। ਇਹਦੇ ਬਾਰੇ ਆਪਾਂ ਅੱਜ ਪੜਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲਾਸਟ ਲੈਕਚਰ ਦੇ ਵਿੱਚ ਕਰਾਇਆ ਸੀ ਕਿ ਜਦੋਂ ਇਲਤੁਤਮਿਸ਼ ਗਵਾਲੀਅਰ ਤੇ ਗਿਆ ਹੋਇਆ ਸੀਗਾ ਤਾਂ ਉਹਨੇ ਕੀ ਕਿਹਾ? ਆਪਣੇ ਮੁੰਡਿਆਂ ਨੂੰ ਕਿਹਾ ਵੀ ਮੈਂ ਗਵਾਲੀਅਰ ਦੇ ਵਿੱਚ ਆ। ਹੁਣ ਕਿਤੇ ਕਿਤੇ ਮਿਲਦਾ ਹੈ ਕਿ ਉਹ ਲੜਨ ਗਿਆ ਸੀ, ਕਿਤੇ ਕਿਤੇ ਕਹਿੰਦੇ ਨੇ ਲੜ ਕੇ ਬਿਮਾਰ ਹੋ ਗਿਆ ਸੀ, ਜਾਂ ਕੋਈ ਵੀ XYZ ਹੋ ਸਕਦਾ ਕਾਰਨ। ਉਹਨੇ ਆਪਣੇ ਜਦੋਂ ਮੁੰਡਿਆਂ ਨੂੰ ਕਿਹਾ ਵੀ ਆਓ, ਤਾਂ ਉਹਨਾਂ ਚੋਂ ਕੋਈ ਵੀ ਨਹੀਂ ਆਇਆ, ਸਿਰਫ ਇੱਕ ਰਜ਼ੀਆ ਸੁਲਤਾਨਾ ਗਈ, ਜਾਂ ਰਜ਼ੀਆ ਸੁਲਤਾਨ ਗਈ। ਤਾਂ ਕਰਕੇ ਉਹਨੇ ਫਿਰ ਆਪਣਾ ਅਗਲਾ ਸਕਸੈਸਰ ਕਿਹਨੂੰ ਨਿਯੁਕਤ ਕਰਤਾ? ਰਜ਼ੀਆ ਸੁਲਤਾਨ ਨੂੰ ਨਿਯੁਕਤ ਕਰਤਾ। ਇਹ 1236 ਤੋਂ ਲੈ ਕੇ 1240 ਤੱਕ ਰਹੀ ਸੀ, ਠੀਕ ਹੈ। ਕੀ ਤੋਂ ਬਾਅਦ ਰਹੀ ਸੀ ਇਹ? ਇਲਤੁਤਮਿਸ਼ ਤੋਂ ਬਾਅਦ। ਇਲਤੁਤਮਿਸ਼ ਤੋਂ ਬਾਅਦ ਇਲਤੁਤਮਿਸ਼ ਦਾ ਮੁੰਡਾ ਵੀ ਥੋੜੀ ਦੇਰ ਲਈ ਆਇਆ ਸੀ, ਪਰ ਕੀ ਹੋ ਗਿਆ ਸੀ? ਉਹ ਤੋਂ ਰਾਜਕਾਜ ਨਹੀਂ ਚੱਲਿਆ। ਤਾਂ ਕਰਕੇ ਜਿਹੜੀ ਆਪਣੇ ਕੋਲ ਰਜ਼ੀਆ ਸੁਲਤਾਨ ਸੀਗੀ, ਇਹ ਮੈਂ ਪਿਛਲੀ ਵੀਡੀਓ 'ਚ ਦੱਸ ਚੁੱਕਿਆ ਕਿ ਜਦੋਂ ਇਹ ਇਨਸਾਫ ਮੰਗਣ ਲਾਲ ਕੱਪੜਿਆਂ ਦੇ ਵਿੱਚ ਗਈ ਤਾਂ ਉਹ ਤੋਂ ਬਾਅਦ ਲੋਕ ਇਹਦੇ ਨਾਲ ਸੀਗੇ, ਤੇ ਜਿਹੜੇ 40 ਨੋਬਲ ਸੀਗੇ, ਜਿਹੜੇ 40 ਆਪਣੇ ਕੋਲੇ ਤੁਰਕ ਇਹ ਚਹਿਲਗਾਨੀ ਜਿਹਦਾ ਨਾਮ ਹੈ, ਉਹ ਵੀ ਇਹਦੇ ਨਾਲ ਸੀਗੇ। ਤਾਂ ਕਰਕੇ ਇਹਨੂੰ ਕੀ ਦਿੱਤਾ ਗਿਆ? ਥਰੋਨ ਦੇ ਦਿੱਤਾ ਗਿਆ। ਹੁਣ ਦੇਖੋ, ਪਹਿਲਾਂ ਜਿਹੜੇ 40 ਬੰਦੇ ਸੀ ਇਹਦੇ ਨਾਲ ਸੀ, ਬਾਅਦ ਚੋਂ ਇਹਦੇ ਖਿਲਾਫ ਕਿਉਂ ਹੋ ਗਏ? ਇਹ ਆਪਣੇ ਕੋਲ ਰਜ਼ੀਆ ਸੁਲਤਾਨ ਹੈ। ਮੈਂ ਜੇ ਕਿਤੇ ਸੁਲਤਾਨਾ ਬੋਲ ਗਿਆ ਤਾਂ ਮੈਨੂੰ ਮਾਫ ਕਰਿਓ। ਉਹ ਰਜ਼ੀਆ ਸੁਲਤਾਨ ਲਾਉਂਦੀ ਸੀ। ਕਿਉਂ ਲਾਉਂਦੀ ਸੀ? ਕਿਉਂਕਿ ਜਿਹੜੀ ਸੁਲਤਾਨਾ ਵਰਡ ਹੈ ਉਹ ਫੀਮੇਲ ਲਈ ਵਰਤਿਆ ਗਿਆ, ਤੇ ਉਹ ਆਪਣੇ ਆਪ ਨੂੰ ਕਦੇ ਵੀ ਫੀਮੇਲ ਨਹੀਂ ਸਮਝਦੀ ਸੀ। ਇੱਕ ਤਰੀਕੇ ਨਾਲ ਉਹ ਰਾਜਾ ਸਮਝਦੀ ਸੀ, ਰਾਣੀ ਦੀ ਜਗ੍ਹਾ ਤੇ ਰਾਜਾ। ਉਹ ਮੁੰਡਿਆਂ ਜਿਵੇਂ ਹੀ ਕੱਪੜੇ ਪਾਉਂਦੀ ਸੀ, ਮੁੰਡਿਆਂ ਜਿਵੇਂ ਹੀ ਘੋੜਸਵਾਰੀ ਕਰਦੀ ਸੀ, ਮੁੰਡਿਆਂ ਵਾਲੇ ਸਾਰੇ ਕੰਮ ਕਰਦੀ ਸੀ ਉਹ, ਠੀਕ ਹੈ। ਤਾਂ ਕਰਕੇ ਤਾਂ ਦਿੱਲੀ ਸਲਤਨਤ ਦੇ ਵਿੱਚ ਜਿਹੜੇ ਪਹਿਲਾਂ 40 ਜਾਣੇ ਸੀਗੇ, ਨੋਬਲ ਸੀਗੇ, ਉਹ ਇਹਦੇ ਨਾਲ ਲੱਗੇ, ਕਿਉਂਕਿ ਉਹਨਾਂ ਨੂੰ ਕੀ ਹੋ ਗਿਆ ਵੀ ਸਾਰਾ ਰਾਜਕਾਜ ਸਾਡੇ ਹੱਥ ਦੇ ਵਿੱਚ ਆ ਜਾਊਗਾ, ਸਾਰਾ ਰਾਜਕਾਜ ਸਾਡੇ ਹੱਥ ਦੇ ਵਿੱਚ ਆ ਜਾਊਗਾ, ਤੇ ਵੀ ਆਪਾਂ ਇਹਦੀ ਪਰਮਿਸ਼ਨ ਕੀ ਲੈਣੀ ਹੈ? ਵੀ ਇਹ ਇੱਕ ਪਪਟ ਕਠਪੁਤਲੀ ਦੀ ਤਰ੍ਹਾਂ ਰਹੂਗੀ। ਪਰ ਇਹ ਵਹਿ ਜੀ ਨਹੀਂ ਸੀ, ਇਹ ਬਹੁਤ ਹੀ ਇੱਕ ਬਹਾਦਰ ਲੇਡੀ ਸੀ, ਠੀਕ ਹੈ ਜੀ। ਇਹ ਕਿਹਦੀ ਕੁੜੀ ਸੀ ਜੀ? ਇਲਤੁਤਮਿਸ਼ ਦੀ ਕੁੜੀ ਸੀ। ਇਹਦਾ ਰੀਅਲ ਨੇਮ ਕੀ ਸੀ? ਰਜ਼ੀਅਤ ਉਦ ਦੁਨਿਆ ਵਾਉਦੀਨ, ਠੀਕ ਹੈ ਜੀ। ਇਹਦਾ ਕੀ ਸੀ? ਪੱਕਾ ਨਾਮ ਸੀਗਾ, ਜਿਹਨੂੰ ਆਪਾਂ ਕਹਿੰਦੇ ਆ, ਉਹਨੂੰ ਕੁਝ ਇੰਗਲਿਸ਼ ਦੇ ਵਿੱਚ ਕਹਿੰਦੇ ਨੇ ਯੂਅਰ ਗੁੱਡ ਨੇਮ। ਇਹਦਾ ਗੁੱਡ ਨੇਮ ਸੀ ਰਜ਼ਾਇਤ ਉਦ ਦੁਨੀਆ ਵਾਉਦੀਨ। ਪਰ ਇਹਨੇ ਆਪਣਾ ਨਾਮ ਕੀ ਕਰ ਲਿਆ? ਰਜ਼ੀਆ ਸੁਲਤਾਨ ਕਰ ਲਿਆ ਸੀ। ਮਤਲਬ ਇੱਕ ਤਰੀਕੇ ਨਾਲ ਰਜ਼ੀਆ ਕਰ ਲਿਆ ਸੀ, ਸੁਲਤਾਨ ਤਾਂ ਇਹ ਬਾਅਦ ਚੋਂ ਬਣ ਗਈ ਸੀ। ਅਪਰੋਕਸੀਮੇਟ ਇਹਦਾ ਜਿਹੜਾ ਰੂਲ ਸੀ 3 ਸਾਲ 6 ਮਹੀਨੇ ਤੇ ਅਪਰੋਕਸੀਮੇਟ 6 ਦਿਨ ਤੱਕ ਰਿਹਾ। ਉਹ ਤੋਂ ਬਾਅਦ ਇਹਨੂੰ ਕੀ ਕਰਵਾ ਦਿੱਤਾ ਗਿਆ? ਮਰਵਾ ਦਿੱਤਾ ਗਿਆ, ਇਹਦੇ ਹੀ ਭਾਈ ਦੇ ਦੁਆਰਾ, ਠੀਕ ਹੈ। ਇਹਦੇ ਹੀ ਸੌਤੇਲੇ ਭਾਈ ਦੇ ਦੁਆਰਾ ਇਹਨੂੰ ਮਰਵਾ ਦਿੱਤਾ ਗਿਆ। ਕਿਹਦੀ ਹੈਲਪ ਦੇ ਨਾਲ? ਉਹੀ 40 ਲੋਕਾਂ ਦੀ ਹੈਲਪ ਦੇ ਨਾਲ ਇਹਨੂੰ ਮਰਵਾ ਦਿੱਤਾ ਗਿਆ। ਇਹ ਪਹਿਲੀ ਅਤੇ ਆਖਰੀ ਰੂਲਰ ਸੀ ਕਿੱਥੇ? ਦਿੱਲੀ ਸਲਤਨਤ ਦੀ, ਠੀਕ ਹੈ ਜੀ। ਬਹੁਤ ਹੀ ਕੁਸ਼ਲ ਰੂਲਰ ਸੀਗੀ ਇਹ। ਸ਼ੀ ਟੁਕ ਦ ਟਾਈਟਲ ਆਫ ਉਮਦਤ ਉਲ ਨਿਸਵਾਨ। ਇਹਨੇ ਇੱਕ ਟਾਈਟਲ ਲਿਆ ਜਿਹਦਾ ਨਾਮ ਕੀ ਸੀ? ਉਮਦਤ ਉਲ ਨਿਸਵਾਨ। ਤੁਹਾਨੂੰ ਪੇਪਰ 'ਚ ਕੁਐਸਚਨ ਇਹੀ ਆਣਗੇ ਕਿ ਉਮਦਤ ਉਲ ਨਿਸਵਾਨ ਦਾ ਟਾਈਟਲ ਕਿਸ ਨੇ ਲਿਆ? ਤਾਂ ਕਿਹਨੇ ਲਿਆ ਸੀਗਾ? ਆਪਣੇ ਕੋਲੇ ਇਹਨੇ ਲਿਆ ਸੀ। ਤੇ ਇਹਦਾ ਮਤਲਬ ਕੀ ਹੁੰਦਾ? ਇਲਸਟਰੀਅਸ ਅਮੰਗ ਵੂਮਨ, ਠੀਕ ਹੈ। ਇਹਦਾ ਮਤਲਬ ਕਿਸੇ ਇਲਸਟਰੀਅਸ ਅਮੰਗ ਵੂਮਨ, ਵੀ ਇੱਕ ਤਰੀਕੇ ਨਾਲ ਵੂਮਨ ਨੂੰ ਅੱਗੇ ਲੈ ਕੇ ਆਉਣ ਵਾਲੀ ਔਰਤ, ਠੀਕ ਹੈ ਜੀ। ਉਹਨੂੰ ਆਪਾਂ ਕਹਿੰਦਾ ਇਲਸਟਰੀਅਸ ਅਮੰਗ ਵੂਮਨ। ਜਿਹੜੇ 40 ਨੋਬਲ ਜਾਂ ਤੁਰਕ ਇਹ ਚਹਿਲਗਾਨੀ ਸੀ, ਉਹਨਾਂ ਨੇ ਸਭ ਤੋਂ ਪਹਿਲਾਂ ਕੀ ਕੀਤੀ? ਇਹਦੀ ਹੈਲਪ ਕੀਤੀ। ਉਹਨੇ ਹੈਲਪ ਕਰਨ ਦਾ ਕਾਰਨ ਹੀ ਕੀ ਸੀ ਕਿ ਜੇ ਇਹ ਮਤਲਬ ਇੱਕ ਤਰੀਕੇ ਨਾਲ ਰਾਜਾ ਜਾਂ ਰਾਣੀ ਬਣ ਗਈ ਤਾਂ ਸਾਰੀ ਸੱਤਾ ਜਿਹੜੀ ਹੋਊਗੀ ਸਾਡੇ ਹੱਥ 'ਚ ਹੋਊਗੀ। ਇਹਨੂੰ ਆਪਾਂ ਸਿਰਫ ਹੁਕਮ ਦਿਆ ਕਰਾਂਗੇ, ਇਹ ਉਹ ਹੁਕਮ ਬਜਾਊਗੀ। ਪਰ ਇਹ ਵਹਿ ਜੀ ਨਹੀਂ ਸੀ। ਕਹਿੰਦੇ ਨੇ ਇਹਦਾ ਇੱਕ ਭਾਈ ਸੀ ਬਹਿਰਾਮ ਸ਼ਾਹ, ਉਹ ਇਹਨੂੰ ਲਾਈਕ ਨਹੀਂ ਕਰਦਾ ਸੀ, ਠੀਕ ਹੈ। ਇਹਦਾ ਭਾਈ ਕੌਣ ਸੀ? ਬਹਿਰਾਮ ਸ਼ਾਹ। ਤਾਂ ਆਫਟਰ ਸਮ ਟਾਈਮ,
ਕੁਝ ਟਾਈਮ ਬਾਅਦ ਜੋ 40 ਨੋਬਲਸ ਨੇ ਦੇਖਿਆ ਇਹ ਤਾਂ ਆਪਣੇ ਹੱਥੋਂ ਨਿਕਲਦੀ ਜਾਂਦੀ ਹੈ। ਕਿਉਂ ਨਿਕਲਦੀ ਜਾਂਦੀ ਹੈ? ਕਿਉਂਕਿ 40 ਨੋਬਲ ਕਹਿੰਦੇ ਹੋਣਗੇ ਵੀ ਤੂੰ ਕੁੜੀਆਂ ਜਿਵੇਂ ਰਹਿ ਵੀ ਕੰਮ ਸਾਨੂੰ ਕਰਨ ਦੇ। ਉਹ ਕਹਿੰਦੀ ਲੈ ਐ ਕਿਵੇਂ ਕੁੜੀਆਂ ਜਿਵੇਂ ਰਹਿ ਜਾ ਮੈਂ। ਤਾਂ ਉਹ ਬੰਦਿਆਂ ਵਰਗੇ ਕੱਪੜੇ ਪਾਉਂਦੀ ਸੀ, ਹਾਥੀ ਦੇ ਉੱਤੇ ਸਵਾਰ ਹੁੰਦੀ ਸੀ, ਉਹ ਸਾਰੇ ਬੰਦਿਆਂ ਵਾਲੇ ਕੰਮ ਕਰਦੀ, ਲੜਾਈ ਚੜਾਈ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦੀ ਸੀ। ਵੈਸੇ ਕੁੜੀਆਂ ਨੂੰ ਲੜਨਾ ਬਹੁਤ ਚੰਗੇ ਤਰੀਕੇ ਨਾਲ ਆਉਂਦਾ। ਕੁੜੀ ਤੇ ਮੁੰਡਾ ਜੇ ਕਦੇ ਵੀ ਅੱਜ ਦੇ ਟਾਈਮ 'ਚ ਵੀ ਲੜਦੇ ਨੇ, ਕੁੜੀ ਨਾਲੇ ਪਤਾ ਹੋਊਗਾ ਕੁੜੀ ਨੂੰ ਮੇਰੀ ਗਲਤੀ ਹੈ, ਪਰ ਉਹ ਕਦੇ ਵੀ ਮੰਨਣ ਨੂੰ ਤਿਆਰ ਨਹੀਂ ਹੁੰਦੀ। ਅਖੀਰ ਦੇ ਵਿੱਚ ਮੁੰਡੇ ਨੂੰ ਹੀ ਕਹਿਣਾ ਪੈਂਦਾ ਹਾਂਜੀ ਮੇਰੀ ਗਲਤੀ ਹੈ ਵੀ ਮੈਨੂੰ ਮਾਫ ਕਰੋ, ਜਦ ਕਿ ਮੁੰਡੇ ਦੀ ਕੋਈ ਗਲਤੀ ਨਹੀਂ ਹੁੰਦੀ। ਤਾਂ ਕਰਕੇ ਜੋਕਸ ਅਪਾਰਟ, ਇਹ ਲੜਨ ਦੇ ਵਿੱਚ ਵੀ ਬਹੁਤ ਜ਼ਿਆਦਾ ਮਾਹਿਰ ਸੀਗੇ। ਠੀਕ ਹੈ ਜੀ। ਤਾਂ ਕੀ ਹੋਇਆ, 40 ਨੋਬਲ ਇਹਨੂੰ ਹੇਟ ਕਰਨ ਲੱਗੇ। ਇਹਦੀ ਸਭ ਤੋਂ ਵੱਡੀ ਗਲਤੀ ਕੀ ਸੀ? ਜਿਹੜੇ 40 ਜਾਣੇ ਸੀ ਨਾ, ਇਹਦਾ ਫਰਜ਼ ਬਣਦਾ ਸੀ ਉਹ 40 ਨੂੰ ਆਪਣੇ ਮਤਲਬ ਇੱਕ ਤਰੀਕੇ ਨਾਲ ਇੱਜ਼ਤ ਮਾਨ ਨਾਲ ਆਪਣੇ ਵਸ 'ਚ ਕਰੇ, ਆਪਣੇ ਪਾਸੇ ਕਰੇ। ਪਰ ਇਹ ਫੀਮੇਲ ਸੀ, ਇੰਨੀ ਇੱਜ਼ਤ ਮਾਨ ਇਹ ਕਿੱਥੇ ਦੇ ਸਕਦੀ ਹੈ? ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਠੀਕ ਹੈ। ਤਾਂ ਇਹ ਇੱਕ ਫੀਮੇਲ ਸੀਗੀ। ਸੋ ਇਹਨੇ ਕੀ ਕੀਤਾ, ਇਹਨੇ ਸੋਚਿਆ ਵੀ ਆਪਾਂ ਇਹਨਾਂ ਨੂੰ ਹਟਾ ਦਈਏ। ਤਾਂ ਇਹ ਕੀ ਕਰਨ ਲੱਗੀ, ਹੌਲੀ ਹੌਲੀ ਇਹਨੇ ਜਿਹੜੀ ਦੈਟਸ ਵਾਈ ਰਜ਼ੀਆ ਗੇਵ ਹਰ ਫੇਵਰਟ ਹਾਈਟ ਹਰ, ਕਿਉਂ ਫੇਵਰਟ ਪਰਸਨਸ ਹਾਇਰ ਪੋਸਟ, ਕੀ ਕਰਨ ਲੱਗੀ? ਜਿਹੜੇ ਚਹਿਲਗਾਨੀ ਦੇ ਕੁਝ ਬੰਦੇ ਸੀਗੇ, ਜਿਹੜੇ ਮਤਲਬ ਮਰ ਗਏ ਜਾਂ ਰਿਟਾਇਰ ਹੋ ਗਿਆ ਕੁਝ ਵੀ ਸੀਗੇ, ਉਹਨਾਂ ਹੀ ਜਗ੍ਹਾ ਤੇ ਰਜ਼ੀਆ ਸੁਲਤਾਨ ਜਿਹੜੀ ਸੀਗੀ ਆਪਣੇ ਜਿਹੜੇ ਖਾਸ ਬੰਦੇ ਸੀ ਉਹਨਾਂ ਨੂੰ ਜਗ੍ਹਾ ਦੇਣ ਲੱਗ ਗਈ। ਜਿਹਦੇ ਕਰਕੇ ਇਹਨਾਂ ਵਿੱਚ ਕੀ ਪੈਦਾ ਹੋ ਗਿਆ, ਰੋਸ ਪੈਦਾ ਹੋ ਗਿਆ ਵੀ ਐ ਕਿਵੇਂ ਸਾਡੀ ਜਗ੍ਹਾ ਕਿਸੇ ਹੋਰ ਨੂੰ ਦੇ ਰਿਹਾ। ਕਿਉਂਕਿ ਪਹਿਲਾਂ ਦੇ ਟਾਈਮ 'ਚ ਕਿਸੇ ਰਾਜਾ ਚੁਣਦਾ ਸੀਗਾ ਇਹ ਮੰਨ ਜਾਂਦੇ ਸੀਗੇ, ਪਰ ਇਸ ਟਾਈਮ ਇਹਨਾਂ ਨੂੰ ਹੁਣ ਇਹ ਔਖਾ ਹੋ ਗਿਆ ਕਿ ਇੱਕ ਔਰਤ, ਇੱਕ ਲੇਡੀ ਦੇ ਅੰਡਰ ਅਸੀਂ ਕੰਮ ਕਿਵੇਂ ਕਰ ਸਕਦਾ। ਇਹਨਾਂ ਦੀ ਜਿਹੜੀ ਮੇਲ ਈਗੋ ਸੀਗੀ ਉਹ ਇਹਨਾਂ ਦੀ ਸੈਟੀਸਫਾਈ ਨਹੀਂ ਹੋ ਪਾ ਰਹੀ ਸੀ ਵੀ ਐ ਕਿਵੇਂ ਹੋ ਸਕਦਾ ਅਸੀਂ ਇੱਕ ਕੁੜੀ ਦੇ ਕਹਿਣਾ ਮੰਨ ਲਈਏ। ਦੇਖੋ ਹੁੰਦਾ ਜੀ, ਜੇ ਹੁਣ ਮੈਂ ਆ ਚਾਹੇ ਕੋਈ ਵੀ ਬੰਦਾ ਹੈ, ਉਹ ਕੁੜੀ ਦਾ ਕਹਿਣਾ ਮੰਨਣ ਤੋਂ ਅੱਜ ਦੇ ਟਾਈਮ 'ਚ ਵੀ ਐ ਸੋਚਦਾ ਯਾਰ ਮੈਂ ਇਹਦੀ ਗੱਲ ਮੰਨੂਗਾ, ਜਦ ਕਿ ਕੁੜੀਆਂ ਨੇ ਅੱਜ ਦੇ ਟਾਈਮ 'ਤੇ ਬਹੁਤ ਵੱਡੇ 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 ਕੰਮ ਕਰਕੇ ਦਿਖਾ ਚੁੱਕੇ। ਠੀਕ ਹੈ ਜੀ। ਸੋ ਆਪਣੀ ਇਹ ਸੋਚ ਨੂੰ ਆਪਾਂ ਨੂੰ ਬਦਲਣਾ ਚਾਹੀਦਾ। ਬਹੁਤ ਜਲਦੀ ਇੱਕ ਦੌਰ ਆ ਜਾਊਗਾ ਜਦੋਂ ਕੀ ਹੋਊਗਾ ਵੀ ਜਿਵੇਂ ਅੱਜ ਕੱਲ੍ਹ ਪੈਟਰੀਓਟੀਕਲ ਕਹਿੰਦੇ ਨੇ ਸੋਸਾਇਟੀ ਹੈ, ਤਾਂ ਉਹ ਫਿਰ ਔਰਤਾਂ ਵਾਲੀ ਹੋ ਜੂਗੀ। ਠੀਕ ਹੈ। ਪੈਟਰੀਓਟੀਕਲ ਮਤਲਬ ਮਰਦ ਪ੍ਰਧਾਨ ਸੋਸਾਇਟੀ ਹੈ, ਅੱਗੇ ਜਾ ਕੇ ਔਰਤ ਪ੍ਰਧਾਨ ਹੋ ਜੂਗੀ। ਠੀਕ ਹੈ। ਜੇ ਕਦੇ ਮੈਂ ਤੁਹਾਨੂੰ ਉਹ ਪੜਾਇਆ ਵੈਦਿਕ ਏਜ ਜਾਂ ਆਪਣੇ ਕੋਲੇ ਇੰਡਸ ਵੈਲੀ ਸਿਵਲਾਈਜੇਸ਼ਨ, ਤਾਂ ਉਹਦੇ ਵਿੱਚ ਇਹਦੇ ਬਾਰੇ ਬਹੁਤ ਕੁਝ ਹੈ ਕਿ ਕਿਹੜੀ ਮਰਦ ਪ੍ਰਧਾਨ ਸੀ, ਕਿਹੜੀ ਔਰਤ ਪ੍ਰਧਾਨ ਸੀ। ਠੀਕ ਹੈ ਜੀ। ਉਹ ਆਪਾਂ ਉਹਦੇ ਵਿੱਚ ਵੀ ਪੜਾਂਗੇ ਜੇ ਕਦੇ ਮੈਨੇ ਪੜਾਇਆ। ਸੋ ਇਹਦੇ ਵਿੱਚ ਕੀ ਸੀ, ਜਿਹੜੇ 40 ਨੋਬਲ ਸੀਗੇ ਉਹ ਇਹਨੂੰ ਹੇਟ ਕਰਨ ਲੱਗੇ ਸੀ, ਨਫ਼ਰਤ ਕਰਨ ਲੱਗੇ ਸੀ। ਕਿਉਂ? ਕਿਉਂਕਿ ਹਾਇਰ ਪੋਸਟ ਇਹਨੇ ਆਪਣੇ ਪਰਸਨ ਨੂੰ ਦੇਣੀ ਸ਼ੁਰੂ ਕਰਤੀ ਸੀ। ਇੱਥੇ ਇੱਕ ਬੰਦਾ ਸੀ ਜਮਾਲ ਉਦੀਨ ਯਾਕੂਤ ਖਾਨ, ਯਾਕੂਤ ਖਾਨ ਇਹਦਾ ਨਾਰਮਲ ਨਾਮ ਕੀ ਹੈ? ਯਾਕੂਤ ਖਾਨ। ਪੂਰਾ ਨਾਮ ਕੀ ਸੀ? ਜਮਾਲ ਉਦੀਨ ਯਾਕੂਤ ਖਾਨ। ਕੋਈ ਵੀ ਐ ਨਾ ਸੋਚੇ ਕਿ ਮਾਸਟਰ ਆਪਣੇ ਵੱਲੋਂ ਜਮਾਲ ਉਦੀਨ ਯਾਕੂਤ ਖਾਨ ਵੀ ਅਸੀਂ ਤਾਂ ਯਾਕੂਤ ਖਾਨ ਪੜਿਆ। ਮੈਨੂੰ ਕੋਈ ਫਰਕ ਨਹੀਂ ਪੈਂਦਾ, ਤੁਸੀਂ ਇਕੱਲਾ ਚਾਹੇ ਯਾਕੂਤ ਪੜੋ ਖਾਨ ਨਾ ਵੀ ਪੜੋ, ਮੇਰਾ ਫਰਜ਼ ਹੈ ਇੱਕ ਵਾਰੀ ਦੱਸਣਾ। ਬਾਏ ਚਾਂਸ ਹਜੇ ਤੱਕ ਪੇਪਰ 'ਚ ਕਦੇ ਨਹੀਂ ਆਇਆ ਕਿ ਕਦੇ ਇਹ ਆ ਗਿਆ ਕਿ ਯਾਕੂਤ ਖਾਨ ਦਾ ਪੂਰਾ ਨਾਮ ਕੀ ਸੀ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਜਮਾਲ ਉਦੀਨ ਯਾਕੂਤ ਖਾਨ। ਇਹਨੂੰ ਕੀ ਬਣਾਤਾ ਇਹਨੇ ਜੀ? ਆਮਿਰ ਏ ਆਖੁਰ ਬਣਾਤਾ। ਇਹਨੂੰ ਕੀ ਬਣਾਤਾ? ਆਮਿਰ ਏ ਆਖੁਰ ਬਣਾਤਾ। ਮਤਲਬ ਜਿਹੜੇ ਘੋੜਸਵਾਰ ਹੁੰਦੇ ਸੀਗੇ ਉੱਥੇ ਘੋੜਸਵੇਲੇ ਤਵੇਲੇ ਦਾ ਹੈੱਡ ਬਣਾਤਾ। ਕਿਹਨੂੰ? ਜਮਾਲ ਉਦੀਨ ਯਾਕੂਤ ਨੂੰ। ਹੁਣ ਇਹ ਵੀ ਔਰਤ ਹੈ ਜੀ, ਇਹ ਇੱਕ ਬੰਦਾ ਹੈ ਜੀ। ਇਹਨਾਂ ਦੇ ਵਿੱਚ ਕੀ ਸੀ? ਇਸ਼ਕ ਸੀ, ਮੁਹੱਬਤ ਸੀ, ਪਿਆਰ ਸੀ। ਠੀਕ ਹੈ ਜੀ। ਤੇ ਇਸ਼ਕ ਸੀ, ਮੁਹੱਬਤ ਸੀ, ਪਿਆਰ ਸੀ। ਕਿਉਂ? ਕਿਉਂਕਿ ਹੈ ਤਾਂ ਇਹ ਇੱਕ ਤਰੀਕੇ ਨਾਲ ਇਹਦਾ ਸਲੇਵ ਸੀ, ਪਰ ਕਹਿੰਦੇ ਨੇ ਜਦੋਂ ਇਹ ਘੋੜੇ ਤੇ ਚੜ੍ਹਦੀ ਸੀਗੀ ਤਾਂ ਉਹ ਆਪਣੇ ਹੱਥ ਤੇ ਇਹਦੇ ਪੈਰ ਰੱਖਦਾ ਸੀਗਾ। ਜਿਹੜਾ ਇਹ ਯਾਕੂਤ ਖਾਨ ਸੀ ਇਹ ਆਪਣੇ ਹੱਥ ਤੇ ਉਹਦੇ ਪੈਰ ਰੱਖਦਾ ਸੀ, ਤੇ ਲੋਕ ਐ ਸੋਚਣ ਲੱਗੇ ਵੀ ਇੱਕ ਰਾਣੀ ਜਾਂ ਰਾਜਾ ਹੋ ਕੇ ਮਤਲਬ ਇਹ ਜਿਹੜੀ ਰਜੀਆ ਹੈ ਇਹ ਇੱਕ ਸਲੇਵ ਨਾਲ ਇਸ਼ਕ ਲੜਾ ਰਹੀ ਹੈ। ਤਾਂ ਕਰਕੇ ਉਹਨਾਂ ਨੇ ਇਸ ਚੀਜ਼ ਦਾ ਕੀ ਕੀਤਾ? ਵਿਰੋਧ ਕੀਤਾ। ਪਰ ਇਹ ਸਿਆਣੇ ਕਹਿੰਦੇ ਨੇ ਲੜਕੀਆਂ ਇਸ਼ਕ ਮੇਂ ਇਤਨੀ ਪਾਗਲ ਹੋਤੀ ਹੈ, ਫੋਨ ਬਜਾ ਔਰ ਚੂल्हा ਜਲਤਾ ਛੋੜ ਦਿਆ। ਸੋ ਉਹ ਗੱਲ ਹੈ, ਇਹਨੂੰ ਕੁਝ ਨਹੀਂ ਦਿਖਿਆ, ਇਹਨੂੰ ਸਿਰਫ ਕੀ ਦਿਖਦਾ ਸੀ? ਯਾਕੂਤ ਖਾਨ। ਵੀ ਕੋਈ ਗੱਲ ਨਹੀਂ ਮੇਰੇ ਕੋਲ ਤਾਂ ਆਹੀ ਹੈ। ਤਾਂ ਕਰਕੇ ਉਹਨੇ ਆਮਿਰ ਆਖੁਰ ਦੇ ਉਹਨੂੰ ਕੀ ਦਿੱਤੀ? ਇੱਕ ਉਪਾਧੀ ਜਾਂ ਟਾਈਟਲ, ਜਾਂ ਟਾਈਟਲ ਨਹੀਂ ਕਹਿ ਸਕਦੇ, ਇੱਕ ਮਤਲਬ ਜਿਵੇਂ ਪਦ ਹੁੰਦਾ ਨਾ ਮੰਤਰੀ ਪਦ, ਜਿਵੇਂ ਅੱਜ ਕੱਲ੍ਹ ਵਾਟਰ ਰਿਸੋਰਸ ਮੰਤਰੀ ਹੁੰਦਾ ਹੈ ਜਾਂ ਐਜੂਕੇਸ਼ਨ ਮਿਨਿਸਟਰ ਹੁੰਦਾ, ਉਵੇਂ ਇੱਕ ਤਬੇਲੇ ਦਾ ਜਿਹੜਾ ਮੁੱਖ ਇੰਚਾਰਜ ਸੀ ਉਹ ਕੀ ਸੀਗਾ? ਆਮਿਰ ਆਖੁਰ। ਠੀਕ ਹੈ ਜੀ। ਸੋ ਇਹਨੇ ਜਿਹੜੀ ਪਰਦਾ ਪ੍ਰਥਾ ਸੀਗੀ ਜਾਂ ਹਿਜਾਬ ਵਾਲਾ ਸਿਸਟਮ ਸੀ ਉਹ ਬੰਦ ਕਰਤਾ ਸੀ। ਇਹ ਬੰਦਿਆਂ ਦੀ ਤਰ੍ਹਾਂ ਰਹਿਣ ਸਹਿਣ ਲੱਗੇ ਸੀ। ਇਹ ਐਲੀਫੈਂਟ ਦੇ ਉੱਤੇ ਆਉਂਦੀ ਸੀ, ਜਿਹੜਾ ਆਪਣੇ ਕੋਲੇ ਹਾਥੀ ਹੁੰਦਾ ਉਹਦੇ ਉੱਤੇ ਰਾਜ ਚੋਂ ਨਿਕਲਦੀ ਸੀਗੀ। ਸਾਰੇ ਕੱਪੜੇ ਕੁੱਪੜੇ ਜੋ ਵੀ ਸੀ ਉਹ ਬੰਦਿਆਂ ਵਰਗੇ ਪਾਉਂਦੀ ਹੁੰਦੀ ਸੀ। ਇਹਨੇ ਆਪਣੇ ਆਪ ਨੂੰ ਕਦੇ ਬੰਦੇ ਤੋਂ ਘੱਟ ਸਮਝਿਆ ਹੀ ਨਹੀਂ। ਉਹ ਤੋਂ ਬਾਅਦ ਕੀ ਹੋਇਆ? ਮੇਨ ਕੰਮ ਕੀ ਹੋਇਆ? ਹੁਣ ਜਿਹੜੇ 40 ਬੰਦੇ ਸੀਗੇ ਉਹਨਾਂ ਨੇ ਉਕਸਾਤਾ ਕੌਣ? ਮਲਿਕ ਉਦੀਨ ਅਲਤੂਨੀਆ। ਇਹ ਵੀ ਤੁਸੀਂ ਜਿੱਥੇ ਪੜੋਗੇ ਸਿਰਫ ਅਲਤੂਨੀਆ ਹੀ ਪੜੋਗੇ। ਉਹਨਾਂ 40 ਬੰਦਿਆਂ ਨੇ ਅਲਤੂਨੀਆ ਨੂੰ ਬਠਿੰਡਾ ਦੇ ਵਿੱਚ ਕਹਿਤਾ ਯਾਰ ਹੁਣ ਤੂੰ ਇੱਕ ਜਨਾਨੀ ਦੀ ਉਹ ਮੰਨੇਗਾ, ਵੀ ਜਨਾਨੀ ਦੀ ਅਧੀਨਤਾ ਮੰਨੇਗਾ। ਉਹਨੂੰ ਉਕਸਾਇਆ। ਕਹਿੰਦੇ ਨੇ ਜਿਹੜੇ ਅਲਤੂਨੀਆ ਤੇ ਰਜ਼ੀਆ ਸੀ ਇਹ ਬਚਪਨ ਦੇ ਦੋਸਤ ਸੀ। ਇਹ ਕਹਾਣੀ ਹੈ ਜੀ ਇੱਕ। ਅਲਤੂਨੀਆ ਤੇ ਰਜ਼ੀਆ ਵੀ ਬਚਪਨ ਦੇ ਦੋਸਤ ਸੀਗੇ, ਤੇ ਜਿਹੜਾ ਅਲਤੂਨੀਆ ਸੀਗਾ ਓਬੇ ਜੀ ਗੱਲ ਹੈ ਬੰਦਾ ਉਹ ਰਜ਼ੀਆ ਨੂੰ ਪਸੰਦ ਕਰਦਾ ਸੀ, ਪਰ ਓਬੇ ਜੀ ਗੱਲ ਹੈ ਕੁੜੀ ਕੁੜੀ ਉਹਨੂੰ ਪਸੰਦ ਨਹੀਂ ਕਰਦੀ ਜਿਹੜਾ ਉਹਨੂੰ ਪਸੰਦ ਕਰਦਾ। ਤਾਂ ਕਰਕੇ ਇਹ ਕਿਹਨੂੰ ਪਸੰਦ ਕਰਦੀ ਸੀ? ਯਾਕੂਤ ਨੂੰ। ਠੀਕ ਹੈ ਜੀ। ਅੱਗੇ ਜਾ ਕੇ ਮਤਲਬ ਤਾਂ ਕਰਕੇ ਇਹਦੇ ਮਨ 'ਚ ਕਿਤੇ ਨਾ ਕਿਤੇ ਇਹ ਗੱਲ ਰੜਕੀ ਗਈ ਵੀ ਹੁਣ ਮੈਂ ਉਹਦੇ ਅੰਡਰ ਹੋਊਂਗਾ, ਵੀ ਕਿੱਥੇ ਤਾਂ ਮੈਂ ਉਹਨੂੰ ਹਿਸਾਬ ਕਿਤਾਬ 'ਚ ਰੱਖਦਾ, ਤੇ ਹੁਣ ਮੈਂ ਅੰਡਰ ਹੋਊਂਗਾ। ਤਾਂ 1240 ਦੇ ਵਿੱਚ ਇਹਨੇ ਕੀ ਕਰਤਾ ਜੀ? ਵਿਰੋਧ ਕਰਤਾ ਉਹਦਾ। ਕਿਹਦਾ? ਆਪਣੇ ਕੋਲੇ
ਵੀ ਮੈਂ ਤਾਂ ਬਾਗੀਆਂ, ਵੀ ਮੈਂ ਤੁਹਾਡੇ ਅੰਡਰ ਨਹੀਂ ਹੈਗਾ। ਕਿੱਥੇ ਕੀਤਾ ਇਹ? ਬਠਿੰਡਾ ਦੇ ਵਿੱਚ ਸੀਗਾ ਜੀ। ਕਿੱਥੇ ਕੀਤਾ ਇਹ? ਬਠਿੰਡਾ ਦੇ ਵਿੱਚ ਰਿਵੋਲਟ ਕਰਤਾ ਵੀ ਮੈਂ ਦਿੱਲੀ ਸਲਤਨਤ ਤੋਂ ਬਾਹਰ ਆ। ਉਹ ਤੋਂ ਬਾਅਦ ਅਲਤੂਨੀਆ ਵਾਸ ਗਵਰਨਰ ਆਫ ਤਬਰੇ ਹਿੰਦ। ਜਿਹੜਾ ਅਲਤੂਨੀਆ ਸੀ ਉਹ ਕਿੱਥੋਂ ਦਾ ਗਵਰਨਰ ਸੀ? ਤਬਰੇ ਹਿੰਦ। ਮੈਂ ਤੁਹਾਨੂੰ ਪ੍ਰਿਥਵੀਰਾਜ ਚੌਹਾਨ ਵਾਲੇ ਲੈਕਚਰ 'ਚ ਇਹ ਵੀ ਦੱਸਿਆ ਹੈ ਕਿ ਤਬਰੇ ਹਿੰਦ ਮਤਲਬ ਕੀ ਹੁੰਦਾ? ਗੇਟਵੇ ਆਫ ਇੰਡੀਆ। ਤਾਂ ਇਹ ਕਿੱਥੇ ਹੈ ਜੀ? ਬਠਿੰਡੇ ਨੂੰ ਹੀ ਤਬਰੇ ਹਿੰਦ ਕਿਹਾ ਗਿਆ। ਤਾਂ ਰਜ਼ੀਆ ਉੱਥੇ ਗਈ ਜੀ ਸਪਰੈਸ ਕਰਨ। ਸਪਰੈਸ ਦਾ ਮਤਲਬ ਦਬਾਉਣ ਗਈ ਉਹਨਾਂ ਦੇ ਰਿਵੋਲਟ ਨੂੰ। ਪਰ ਕੀ ਹੋਇਆ? ਅਲਤੂਨੀਆ ਸੀਗਾ ਜੀ ਅਗਲਾ, ਇੱਕ ਤਾਂ ਇਹਦੇ ਬਾਰੇ ਮਤਲਬ ਉਹ ਰੱਖਦਾ ਸੀ, ਪੂਰੀ ਖੋਜ ਖਬਰ ਰੱਖਦਾ ਹੀ ਹੋਊਗਾ। ਜੇ ਛੋਟੇ ਹੁੰਦੇ ਤੋਂ ਉਹਨੂੰ ਇਸ਼ਕ ਮੁਹੱਬਤ ਕਰਦਾ ਹੈ, ਤਾਂ ਅਗਲੇ ਨੇ ਸੋਚਿਆ ਹੋਊਗਾ ਵੀ ਇਹਦੀ ਖਾਣ ਪੀਣ ਦਾ ਕੀ ਹੈ, ਇਹ ਕਿੰਨਾ ਕੁ ਲੜਨਾ ਜਾਣਦੀ ਹੈ, ਕਿੰਨਾ ਕੁ ਨਹੀਂ ਜਾਣਦੀ। ਅਗਲੇ ਨੂੰ ਸਭ ਪਤਾ ਸੀ। ਅਗਲੇ ਨੇ ਕੀ ਕਰਤਾ? ਉਹਨੂੰ ਉੱਥੇ ਹਰਾਤਾ, ਜਿਹਦੇ ਵਿੱਚ ਕਹਿੰਦੇ ਨੇ ਕਿਤੇ ਕਿਤੇ ਕਿਹਾ ਜਾਂਦਾ ਜਿਹੜਾ ਯਾਕੂਤ ਸੀਗਾ ਇਸ ਲੜਾਈ ਵਿੱਚ ਮਾਰਿਆ ਗਿਆ। ਕਿਤੇ ਕਿਤੇ ਕਿਹਾ ਜਾਂਦਾ ਵੀ ਉਹ ਯਾਕੂਤ ਨੂੰ ਨਾਲ ਨਹੀਂ ਲੈ ਕੇ ਗਈ ਤੇ ਦਿੱਲੀ ਦੇ ਵਿੱਚ ਉਹਨੂੰ ਮਰਵਾ ਦਿੱਤਾ ਗਿਆ। ਕੁੱਲ ਮਿਲਾ ਕੇ ਯਾਕੂਤ ਨੂੰ ਮਰਵਾ ਦਿੱਤਾ ਗਿਆ, ਜੋ ਉਹਦਾ ਆਪਣੇ ਕੋਲੇ ਹਿਸਾਬ ਕਿਤਾਬ ਸੀ। ਠੀਕ ਹੈ ਜੀ। ਤਾਂ ਅਲਤੂਨੀਆ ਇਹਨੂੰ ਡਿਫੀਟ ਕਰਤਾ। ਅਲਤੂਨੀਆ ਨੇ ਰਜੀਆ ਨੂੰ ਡਿਫੀਟ ਕਰਤਾ ਉੱਥੇ ਬਠਿੰਡਾ ਦੇ ਵਿੱਚ। ਅਰੈਸਟ ਕਰ ਲਿਆ ਕਿੱਥੇ? ਕਿਲਾ ਮੁਬਾਰਕ ਦੇ ਵਿੱਚ। ਆਹ ਬਹੁਤ ਵਧੀਆ ਕਿਲਾ ਮੁਬਾਰਕ ਹੈ। ਪੇਪਰ 'ਚ ਕਦੇ ਕਦੇ ਇਹ ਵੀ ਕੁਐਸਚਨ ਆਉਂਦਾ ਹੈ ਕਿ ਉਹਨੂੰ ਕਿੱਥੇ ਰੱਖਿਆ ਗਿਆ ਸੀ, ਤਾਂ ਉਹਨੂੰ ਕਿਲਾ ਮੁਬਾਰਕ ਦੇ ਵਿੱਚ ਰੱਖਿਆ ਗਿਆ ਸੀ। ਇਹ ਬਠਿੰਡੇ ਵਾਲਾ ਹੈ ਜੀ। ਠੀਕ ਹੈ, ਇਹ ਬਠਿੰਡੇ ਵਾਲਾ ਹੈ। ਇੱਕ ਕਿਲਾ ਮੁਬਾਰਕ ਪਟਿਆਲਾ ਦੇ ਵਿੱਚ ਵੀ ਆ, ਉਹ ਨਹੀਂ ਆ ਬਠਿੰਡੇ ਵਾਲਾ। ਤਾਂ ਕੁਝ ਟਾਈਮ ਬਾਅਦ ਕੀ ਹੋਇਆ? ਹੁਣ ਰਜ਼ੀਆ ਨੇ ਸੋਚਿਆ ਯਾਰ ਵੀ ਇਹ ਤਾਂ ਪੰਗਾ ਪੈ ਗਿਆ, ਵੀ ਆਪਾਂ ਤਾਂ ਇਹਨਾਂ ਲੜਨ ਆਏ ਸੀ, ਇੱਕ ਤਾਂ ਆਪਾਂ ਹਾਰ ਗਏ, ਬੇਇੱਜ਼ਤੀ, ਉੱਤੋਂ ਇਹਨੇ ਆਪਾਂ ਨੂੰ ਕੈਦ ਕਰ ਲਿਆ, ਦਿੱਲੀ ਸਲਤਨਤ ਹੱਥੋਂ ਚਲੀ ਗਈ। ਦਿਮਾਗਦਾਰ ਸੀ ਤੇ ਔਰਤਾਂ ਐਸੇ ਕੰਮਾਂ ਨੂੰ ਬਹੁਤ ਦਿਮਾਗ ਲਾਉਂਦੀਆਂ ਨੇ। ਉਹਨੇ ਕਿਹਾ ਵੀ ਚੱਲ ਓਏ, ਤੂੰ ਮੈਨੂੰ ਇਸ਼ਕ ਕਰਦਾ ਸੀ, ਲੈ ਵੀ ਵਿਆਹ ਕਰੀਏ। ਠੀਕ ਹੈ ਜੀ। ਵਿਆਹ ਦਾ ਨਾਮ ਸੁਣ ਕੇ ਬੰਦਾ ਜੋ ਮਰਜ਼ੀ ਹੋਵੇ, ਬੰਦਾ ਖੁਸ਼ ਹੋ ਗਿਆ ਜੀ। ਮੇਰੇ ਵਰਗਾ ਨਹੀਂ ਹੋਣਾ, ਆਪਾਂ ਨੂੰ ਵਿਆਹ ਤੋਂ ਚੜਾ ਜੀ। ਠੀਕ ਹੈ, ਉਹ ਅਗਲੇ ਨੇ ਵਿਆਹ ਕਰਾ ਲਿਆ ਜੀ। ਤੇ ਹੁਣ ਅਗਲੇ ਦੀ ਚਾਲ ਸਮਝੋ, ਰਜੀਆ ਦੀ ਜੋ ਮਰਜ਼ੀ ਸਮਝੋ। ਰਜੀਆ ਨੇ ਕੀ ਸੋਚਿਆ? ਵਿਆਹ ਕਰਾ ਲਿਆ, ਵੀ ਇਹਨੂੰ ਕਹਿ ਦਿੰਦੇ ਆ ਵੀ ਦਿੱਲੀ ਦਾ ਤਖਤ ਤੇਰਾ, ਵੀ ਜੇ ਦਿੱਲੀ ਜਾਵਾਂਗੇ ਤਾਂ ਚਾਹੇ ਮੈਨੂੰ ਮਰਵਾ ਦਾਂ, ਚਾਹੇ ਇਹਨੂੰ ਪਪਟ ਬਣਾ ਲਾ, ਕੁਝ ਵੀ ਕਰ ਲਾ, ਵੀ ਇੱਕ ਵਾਰੀ ਮੈਂ ਆਜ਼ਾਦ ਹੋ ਜੂੰਗੀ। ਉਹ ਵਿਚਾਰੇ ਨੇ ਕੀ ਕੀਤਾ? ਚਲੋ ਵਿਆਹ ਕਰਾ ਕੇ ਉਹ ਕਹਿੰਦੀ ਚੱਲ ਦਿੱਲੀ ਚੱਲੀਏ। ਉਹ ਕਹਿੰਦਾ ਠੀਕ ਹੈ। ਆਫਟਰ ਸਮ ਟਾਈਮ ਰਜ਼ੀਆ ਮੈਰਿਡ ਟੂ ਅਲਤੂਨੀਆ। ਰਜ਼ੀਆ ਨੇ ਕਿਹਦੇ ਨਾਲ ਵਿਆਹ ਕਰਾ ਲਿਆ? ਅਲਤੂਨੀਆ ਦੇ ਨਾਲ। ਬੋਥ ਵਰ ਕਿਲਡ ਇਨ ਕੈਥਲ। ਬਹੁਤ ਹੀ ਦਰਦਨਾਕ ਮੌਤ ਕਿੱਥੇ ਹੋ ਗਈ ਜੀ? ਕੈਥਲ ਦੇ ਵਿੱਚ। ਕੈਥਲ ਕਿੱਥੇ ਆ? ਹਰਿਆਣਾ। ਕਹਿੰਦੇ ਨੇ ਜਦੋਂ ਇਹ ਜਾ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਹੀ ਕਿਤੇ ਕਿਤੇ ਲਿਖਿਆ ਜਾਂਦਾ ਉਹਦੇ 40 ਬੰਦੇ ਸੀਗੇ ਉਹ, ਤੇ ਕਿਹਦੇ ਕਹਿਣ ਦੇ ਉੱਤੇ? ਬਹਿਰਾਮ ਸ਼ਾਹ ਦੇ ਕਹਿਣ ਦੇ ਉੱਤੇ ਉਹ 40 ਬੰਦਿਆਂ ਨੇ ਆਪਣੇ ਅੱਗੇ ਬੰਦੇ ਬੰਦੇ ਭੇਜ ਕੇ, ਮਤਲਬ ਸਾਰੀ ਇਹਦੇ ਉੱਤੇ ਵੈਰੀ ਹੋ ਗਏ ਸੀ। ਉਹ ਦੋਨਾਂ ਨੂੰ ਕੀ ਕਰਤਾ ਜੀ? ਮਰਵਾਤਾ। ਅੱਜ ਵੀ ਇਹਨਾਂ ਦੀ ਟੌਂਬ ਕਿੱਥੇ ਹੈ? ਆਪਣੇ ਕੋਲੇ ਕੈਥਲ ਦੇ ਵਿੱਚ। ਜਦੋਂ ਬਠਿੰਡਾ ਤੋਂ ਆਪਾਂ ਉਧਰ ਆਉਂਦੇ ਆ ਨਾ, ਦਿੱਲੀ ਵਾਲੇ ਪਾਸੇ ਹਰਿਆਣਾ ਹੋ ਕੇ ਆਉਂਦੇ ਆ, ਤੇ ਹਰਿਆਣਾ ਦੇ ਵਿੱਚ ਕੈਥਲ ਦੇ ਵਿੱਚ ਇਹਨਾਂ ਦੀ ਕੀ ਬਣ ਗਈ ਜੀ? ਟੌਂਬ ਬਣ ਗਈ। ਹੁਣ ਕਹਿੰਦੇ ਨੇ ਨਵਾਂ ਰੂਲਰ ਕੌਣ ਆ ਗਿਆ? ਕਿਉਂਕਿ ਉਹ ਤੋਂ ਬਾਅਦ ਜਿਹੜਾ ਬਹਿਰਾਮ ਸ਼ਾਹ ਸੀਗਾ ਉਹਨੇ ਮਰਵਾਇਆ ਸੀ, ਤਾਂ ਨਵਾਂ ਰੂਲਰ ਉਹੀ ਆਊਗਾ। ਲਗਭਗ 2 ਸਾਲ ਲਈ ਇਹ ਰਿਹਾ ਜੀ। 1240 ਦੇ ਵਿੱਚੋਂ ਮਰ ਗਈ। ਤੇ ਨਿਊ ਰੂਲਰ ਵਾਸ ਸਨ ਆਫ ਇਲਤੁਤਮਿਸ਼। ਇਹ ਇਲਤੁਤਮਿਸ਼ ਦਾ ਦੂਜਾ ਮੁੰਡਾ ਸੀ, ਜਿਹਦਾ ਪੂਰਾ ਨਾਮ ਕੀ ਸੀ? ਮੁਇਜ਼ ਉਦੀਨ ਬਹਿਰਾਮ ਸ਼ਾਹ। ਠੀਕ ਹੈ ਜੀ, ਮੁਇਜ਼ ਉਦੀਨ ਬਹਿਰਾਮ ਸ਼ਾਹ। ਇਹ ਵੀ ਇੱਕ ਇਨਕੰਪੀਟੈਂਟ ਸੀਗਾ। ਇਨਕੰਪੀਟੈਂਟ ਦਾ ਮਤਲਬ ਵੀ ਕਾਬਿਲ ਨਹੀਂ ਸੀਗਾ। ਕਿਉਂ? ਜੇ ਕਾਬਿਲ ਹੀ ਹੁੰਦਾ ਫਿਰ ਇਲਤੁਤਮਿਸ਼ ਆਪ ਨਾ ਦੇ ਜਾਂਦਾ ਇਹਨੂੰ, ਪਰ ਇਹ ਕਾਬਿਲ ਨਹੀਂ ਸੀ। ਇਹਨੇ ਇੱਕ ਨਵੀਂ ਪੋਸਟ ਉਹ ਸ਼ੁਰੂ ਕੀਤੀ, ਕਿਹੜੀ? ਨਾਇਬ ਏ ਮੁਮਲਿਕਾਤ। ਨਾਇਬ ਜਾਂ ਨਾਇਬ ਏ ਮੁਮਲਿਕਾਤ। ਇਹਦਾ ਕੰਮ ਕੀ ਸੀ? ਕਿਤੇ ਕਿਤੇ ਲਿਖਿਆ ਗਿਆ ਕਿ ਜਿਹੜੇ 40 ਨੋਬਲ ਸੀਗੇ, ਇਹ ਉਹਨਾਂ ਤੋਂ ਵੀ ਉੱਪਰ ਦੀ ਪੋਸਟ ਸੀ, ਜਾਂ ਇਹ ਮੰਨ ਕੇ ਚੱਲੋ ਵੀ ਇਹ 40 ਨੋਬਲ ਦੇ ਬਰਾਬਰ ਦੀ ਪੋਸਟ ਸੀਗੀ। ਜਿਹੜੇ ਕਿ 40 ਨੋਬਲ ਨੇ, ਐ ਮੰਨ ਲਓ ਵੀ ਕਿਤੇ ਕਿਤੇ ਲਿਖਿਆ ਜਾਂਦਾ ਕਿ 40 ਨੋਬਲਸ ਨੇ ਬਣਾਈ ਸੀ, ਕਿਤੇ ਕਿਤੇ ਲਿਖਿਆ ਗਿਆ ਕਿ ਐਨੇ ਬਣਾਈ ਸੀਗੀ। ਠੀਕ ਹੈ ਜੀ, ਚਾਹੇ 40 ਨੋਬਲਸ ਨੇ ਆਪਣੇ ਪ੍ਰਤੀਨਿਧ ਦੇ ਰੂਪ 'ਚ ਬਣਾਈ ਸੀ, ਜਾਂ ਇਹਨੇ 40 ਜਿਹੜੇ ਨੋਬਲ ਸੀਗੇ ਉਹਨਾਂ ਦੇ ਉੱਪਰ ਇੱਕ ਪੋਸਟ ਬਣਾਤੀ ਸੀ। ਤਾਂ ਇਹਨਾਂ ਦਾ ਜਿਹੜਾ ਪਹਿਲਾ ਨਾਇਬ ਏ ਮੁਮਲਕਾਤ ਹੋਇਆ ਸੀ, ਉਹ ਕੌਣ ਸੀ? ਮਲਿਕ ਇਖਤਿਆਰ ਉਦੀਨ ਐਤਗਿਨ। ਇਹਦਾ ਨਾਮ ਵੀ ਕੱਲਾ ਐਤਗਿਨ ਹੀ ਮਿਲਦਾ ਜਿੱਥੇ ਵੀ ਤੁਸੀਂ ਪੜੋਗੇ। ਤਾਂ ਇਹ ਜਿਹੜੇ ਫੁੱਲ ਨਾਮ ਕਹਿ ਰਹੇ ਉਹ ਇੰਨੇ ਕੁ ਵੀ ਯਾਦ ਰੱਖ ਸਕਦੇ ਹੋ ਵੀ ਐਤਗਿਨ, ਬਹਿਰਾਮ ਸ਼ਾਹ। ਠੀਕ ਹੈ, ਨਾਇਬ ਏ ਮੁਮਲਿਕਤ। ਤਾਂ ਪਹਿਲਾ ਇਹ ਸੀਗਾ। ਪਰ ਕੁਝ ਟਾਈਮ ਤੋਂ ਬਾਅਦ ਇਹ 40 ਨੋਬਲਸ ਨਾਲ ਜਦੋਂ ਮਿਲ ਗਿਆ, ਤਾਂ ਬਹਿਰਾਮ ਸ਼ਾਹ ਨੇ ਦੇਖਿਆ ਯਾਰ ਮੈਂ ਤਾਂ ਇਹ ਇੱਕ ਤਰੀਕੇ ਨਾਲ 40 ਨੋਬਲਸ ਦੀ ਰਾਖੀ ਕਰਨ ਲਈ ਜਾਂ ਇਹਨਾਂ ਤੇ ਨਿਗਾਹ ਰੱਖਣ ਲਈ ਇਹ ਬਣਾਇਆ ਸੀ, ਪਰ ਇਹ ਤਾਂ ਇਹਨਾਂ ਨਾਲ ਹੀ ਮਿਲ ਗਿਆ। ਤਾਂ ਇਹਨੇ ਕੀ ਕਰਤਾ ਜੀ? ਇਹਨੂੰ ਮਰਵਾਤਾ। ਕਿਹਨੂੰ ਮਰਵਾਤਾ ਜੀ? ਆਪਣੇ ਕੋਲੇ ਐਤਗਿਨ ਨੂੰ ਮਰਵਾਤਾ। ਤਾਂ ਬਹਿਰਾਮ ਸ਼ਾਹ ਨੇ। ਉਹ ਤੋਂ ਬਾਅਦ ਦੂਜਾ ਰੱਖਿਆ ਇਹਨੇ, ਕਿਹੜਾ? ਬਦਰੁਦੀਨ ਸ਼ੰਕਰ ਰੂਮੀ ਖਾਨ। ਇਹ ਦੂਜਾ ਰੱਖਿਆ ਉਹਦਾ, ਜਿਹੜਾ ਆਪਣੇ ਕੋਲ ਕਿਹੜੀ ਪੋਸਟ ਤੇ ਸੀ? ਨਾਇਬ ਏ ਮੁਮਲਿਕਾਤ। ਪਰ ਉਹ ਤੋਂ ਬਾਅਦ ਕੀ ਹੋਇਆ? ਫਿਰ ਉਹਦੇ ਨਾਲ ਮਿਲ ਗਿਆ, ਕਿਉਂਕਿ 40 ਜਾਣੇ ਜਿਵੇਂ ਮਰਜ਼ੀ ਵਾਸ਼ੇ ਕਰਕੇ, ਡਰਾ ਕੇ, ਧਮਕਾ ਕੇ, ਤਾਂ ਉਹਨੂੰ ਵੀ ਕੀ ਕਰਤਾ ਜੀ ਇਹਨੇ? ਮਰਵਾ ਦਿੱਤਾ ਗਿਆ। ਤੇ ਥੋੜੀ ਦੇਰ ਬਾਅਦ ਫਿਰ ਆਪਣੇ ਕੋਲ ਜਿਹੜੀ ਅੱਗੇ ਜਾ ਕੇ ਆ ਪੋਸਟ ਅਬੋਲਿਸ਼ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਇਸ ਟਾਈਮ ਤੇ ਫਸਟ ਅਟੈਕ ਆਫ ਮੰਗੋਲ ਹੋਇਆ ਇਸ ਪੀਰੀਅਡ ਤੇ 1241 ਦੇ ਲਗਭਗ। ਠੀਕ ਹੈ ਜੀ। ਤਾਂ ਇਸ ਟਾਈਮ ਦੇ ਉੱਤੇ ਦਿੱਲੀ ਵੱਲੋਂ ਕੌਣ ਗਿਆ? ਮਹਜ਼ੂਬੁਦੀਨ। ਠੀਕ ਹੈ ਜੀ, ਇਹ ਕੋਈ ਇੰਨਾ ਇੰਪੋਰਟੈਂਟ ਨਹੀਂ। ਮਹਜ਼ੂਬੁਦੀਨ ਗਿਆ ਤੇ ਇਹ ਹਾਰ ਗਈ। ਦਿੱਲੀ ਸਲਤਨਤ ਹਾਰ ਗਈ। ਕਿਉਂ ਹਾਰ ਗਈ ਮੰਗੋਲ ਦੇ ਆਕਰਮਣ ਤੋਂ? ਕਿਉਂਕਿ ਕਹਿੰਦੇ ਨੇ ਕਿ ਆ ਪੂਰੇ ਦਿਲ ਨਾਲ ਜਾਂ ਪੂਰੀ ਸ਼ਿੱਦਤ ਨਾਲ ਨਹੀਂ ਲੜਿਆ। ਕਿਉਂ? ਕਿਉਂਕਿ ਇਹਨੂੰ ਕੀ ਸੀਗਾ ਕਿ ਰਜ਼ੀਆ ਜਦੋਂ ਮਰ ਗਈ ਤਾਂ ਰਜ਼ੀਆ ਤੋਂ ਬਾਅਦ ਥਰੋਨ ਕਿਹਨੂੰ ਮਿਲੂਗਾ? ਮੈਨੂੰ ਮਿਲੂਗਾ। ਪਰ ਥਰੋਨ ਕਿਹਨੂੰ ਮਿਲ ਗਿਆ? ਬਹਿਰਾਮ ਸ਼ਾਹ ਨੂੰ। ਤਾਂ ਕਰਕੇ ਇਹ ਇੰਨਾ
मतलब इज्जतमान ਦੇ ਨਾਲ ਲੜਿਆ ਨਹੀਂ ਹੈਗਾ। ਦੈਨ ਅਲਾਉਦੀਨ ਮਸੂਦ ਸ਼ਾਹ, ਠੀਕ ਹੈ ਜੀ। ਉਹ ਤੋਂ ਬਾਅਦ ਕੌਣ ਆਇਆ, ਕਿਉਂਕਿ ਬਹਿਰਾਮ ਸ਼ਾਹ ਨੂੰ ਵੀ ਆਖਿਰਕਾਰ ਮਰਵਾ ਦਿੱਤਾ ਗਿਆ, ਕਿਉਂਕਿ ਜਦੋਂ ਬਹਿਰਾਮ ਸ਼ਾਹ 40 ਨੋਬਲ ਦੀ ਇੰਨੀ ਉਹ ਕਰ ਰਿਹਾ ਸੀਗਾ, 40 ਨੋਬਲਸ ਨੇ ਸੋਚਿਆ ਕਿ ਇਹ ਤਾਂ ਮਾੜੀ ਗੱਲ ਹੈ, ਤਾਂ ਉਹਨਾਂ ਨੇ ਬਹਿਰਾਮ ਸ਼ਾਹ ਨੂੰ ਕੀ ਕਰਤਾ, ਮਰਵਾਤਾ। ਉਹ ਤੋਂ ਬਾਅਦ ਅਲਾਉਦੀਨ ਮਸੂਦ ਸ਼ਾਹ ਬਣਿਆ ਕੌਣ, ਨਵਾਂ ਰੂਲਰ, ਸਨ ਆਫ ਰੁਕਨੂਦੀਨ, ਕਿਲਡ ਬਹਿਰਾਮ ਸ਼ਾਹ, ਠੀਕ ਹੈ ਜੀ। ਅਲਾਉਦੀਨ ਮਸੂਦ ਸ਼ਾਹ ਜਿਹੜਾ ਕੀ ਸੀ, ਰੁਕਨੂਦੀਨ ਦਾ ਮੁੰਡਾ ਸੀ। ਹੁਣ ਰੁਕਨੂਦੀਨ ਕੌਣ ਸੀਗਾ, ਇਲਤੁਤਮਿਸ਼ ਦਾ ਮੁੰਡਾ। ਇਲਤੁਤਮਿਸ਼ ਮੈਂ ਪਹਿਲਾਂ ਕਰਾਇਆ ਨਾ, ਇਲਤੁਤਮਿਸ਼ ਦਾ ਮੁੰਡਾ ਸੀ ਕੌਣ, ਰੁਕਨੂਦੀਨ। ਤੇ ਰੁਕਨੂਦੀਨ ਦਾ ਮੁੰਡਾ ਕੌਣ ਹੋਇਆ, ਅਲਾਉਦੀਨ ਮਸੂਦ ਸ਼ਾਹ। ਇਹਨੂੰ ਰਾਜਾ ਬਣਵਾਇਆ ਗਿਆ ਤੇ ਬਹਿਰਾਮ ਸ਼ਾਹ ਨੂੰ ਮਰਵਾ ਦਿੱਤਾ ਗਿਆ। ਪਿੱਛੇ ਸਾਰੀ ਸਾਜ਼ਿਸ਼ ਕੀਤੀ ਸੀ 40 ਨੋਬਲਸ ਦੀ। ਉਹ ਤੋਂ ਬਾਅਦ ਕੀ ਹੋਇਆ ਜੀ, ਠੀਕ ਹੈ, ਜਿਹੜਾ ਆਹ ਬੰਦਾ ਸੀਗਾ ਆਪਣੇ ਕੋਲੇ ਅਲਾਉਦੀਨ ਮਸੂਦ ਸ਼ਾਹ, ਇਹ ਬਣਤਾ ਗਿਆ, ਪਰ ਇਹ ਜ਼ਿਆਦਾ ਕੰਪੀਟੈਂਟ ਨਹੀਂ ਸੀ, ਮਤਲਬ ਇਹ ਵੀ ਕੀ ਸੀਗਾ, ਐਸਾ ਵੈਸਾ ਹੀ ਸੀਗਾ। ਤਾਂ ਲਗਭਗ 2 ਸਾਲ ਬਾਅਦ ਕੀ ਹੋਇਆ, ਇੱਕ ਬੰਦਾ ਆਇਆ ਜਿਹਦਾ ਨਾਮ ਕੀ ਸੀ, ਬਲਬਨ। ਇਹ ਕਿਸੇ ਟਾਈਮ ਜਿਹੜਾ ਸੀਗਾ ਉਹ 40 ਨੋਬਲਸ ਦਾ ਹਿੱਸਾ ਸੀ ਕਿਸੇ ਟਾਈਮ, ਠੀਕ ਹੈ। ਤੁਰਕ ਇਹ ਚਹਿਲਗਾਨੀ ਦਾ, ਇਹ ਵੀ ਇੱਕ ਸਲੇਵ ਸੀ, ਜਿਹਨੂੰ ਇਲਤੁਤਮਿਸ਼ ਨੇ ਖਰੀਦਿਆ ਸੀਗਾ ਕਿਸੇ ਟਾਈਮ ਦੇ ਵਿੱਚ। ਇਹਦੀ ਬਾਇਓਗ੍ਰਾਫੀ ਆਪਾਂ ਅੱਗੇ ਕਰਾਂਗੇ। ਤਾਂ ਇਹ ਸੀਗਾ ਵਿਦ ਦਾ ਹੈਲਪ ਆਫ ਬਲਬਨ। ਇੱਕ ਬੰਦਾ ਸੀ ਨਸੀਰੁਦੀਨ ਮਹਿਮੂਦ, ਠੀਕ ਹੈ ਜੀ, ਸਮਝੋ ਧਿਆਨ ਨਾਲ। ਜਿਹੜਾ ਆਪਣੇ ਕੋਲੇ ਆਹ ਬੰਦਾ ਸੀਗਾ ਅਲਾਉਦੀਨ ਮਸੂਦ ਸ਼ਾਹ, ਇਹ ਕੁਝ ਟਾਈਮ ਤੱਕ ਬਣਿਆ ਰਿਹਾ, ਪਰ ਲਗਭਗ 2 ਸਾਲ ਤੋਂ ਬਾਅਦ ਜਦੋਂ ਬਲਬਨ ਨੇ ਦੇਖਿਆ ਯਾਰ ਵੀ ਇਹ ਤਾਂ ਗੱਲ ਜੀ ਬਣ ਨਹੀਂ ਰਹੀ, ਤਾਂ ਇਹਨੇ ਨਸੀਰੁਦੀਨ ਮਹਿਮੂਦ ਨੂੰ ਕੀ ਕਰਤਾ, ਥਰੋਨ ਤੇ ਬਿਠਾਤਾ, ਤੇ ਉਹ ਜਿਹੜਾ ਬੰਦਾ ਸੀ ਉਹਨੂੰ ਮਰਵਾਤਾ, ਠੀਕ ਹੈ ਜੀ, ਮਸੂਦ ਸ਼ਾਹ ਨੂੰ ਮਰਵਾਤਾ। ਤਾਂ ਜਿਹੜਾ ਆ ਨਸਰੁਦੀਨ ਮਹਿਮੂਦ ਸੀਗਾ, ਇਹ ਲਗਭਗ 1246 ਤੋਂ ਲੈ ਕੇ 1266 ਤੱਕ ਇਹਦਾ ਰਾਜਕਾਜ ਰਿਹਾ। ਪਰ ਇਹ ਜੋ ਰਾਜਕਾਜ ਸੀ ਇਹ ਇਹਦਾ ਨਹੀਂ ਸੀ, ਇਹ ਕਿਹਦਾ ਸੀ, ਬਲਬਨ ਦਾ ਸੀ। ਬਲਬਨ ਨੂੰ ਇਹਨੇ ਬਹੁਤ ਵੱਡੀ ਪੋਸਟ ਦਿੱਤੀ ਜਿਹਦਾ ਨਾਮ ਕੀ ਸੀ, ਵਜ਼ੀਰ। ਇੱਕ ਤਰੀਕੇ ਨਾਲ ਰਾਜਾ ਤੋਂ ਬਾਅਦ ਇਹੀ ਬੰਦਾ ਸੀ ਜੋ ਸਾਰਾ ਕੁਝ ਹੈਡ ਕਰਦਾ ਸੀ। ਇੱਕ ਗੱਲ ਹੋਰ, ਜਿਹੜਾ ਬਲਬਨ ਸੀਗਾ, ਇਹਦਾ ਕੀ ਲੱਗਦਾ ਸੀਗਾ ਆਪਣੇ ਕੋਲੇ, ਨਸਰੁਦੀਨ ਮਹਿਮੂਦ ਦਾ ਸਹੁਰਾ ਲੱਗਦਾ ਸੀ। ਧਿਆਨ ਨਾਲ ਆ ਦੇਖੋ, ਬਲਬਨ ਵੱਡੀ ਉਮਰ ਦਾ ਹੈ, ਤਾਂ ਕਰਕੇ ਇਹ ਇਹਦਾ ਸਹੁਰਾ ਲੱਗਦਾ ਸੀ। ਮਤਲਬ ਕੀ ਹੈ, ਇਹਨੇ ਆਪਣੀ ਕੁੜੀ ਦਾ ਵਿਆਹ ਕਿਹਦੇ ਨਾਲ ਕਰਤਾ, ਨਸਰੁਦੀਨ ਮਹਿਮੂਦ ਦੇ ਨਾਲ ਕਰਤਾ, ਜਿਹਦੇ ਕਰਕੇ ਇਹ ਉਹਦਾ ਸਹੁਰਾ ਬਣ ਗਿਆ। ਹਿਜ਼ ਵਜ਼ੀਰ ਵਾਜ਼ ਬਲਬਨ, ਉਹਨੇ ਵਜ਼ੀਰ ਦੀ ਪੋਸਟ ਕਿਹਨੂੰ ਦਿੱਤੀ, ਬਲਬਨ ਨੂੰ, ਤੇ ਬਲਬਨ ਵਾਜ਼ ਹਿਜ਼ ਫਾਦਰ ਇਨ ਲੋ, ਤੇ ਇਹ ਉਹਦਾ ਸਹੁਰਾ ਵੀ ਬਣ ਗਿਆ। ਹੀ ਵਾਜ਼ ਵੈਰੀ ਰਿਲੀਜੀਅਸ। ਜਿਹੜਾ ਆਪਣੇ ਕੋਲੇ ਨਸਰੁਦੀਨ ਮਹਿਮੂਦ ਸੀ, ਇਹ ਵਿਚਾਰਾ ਰੱਬ ਦਾ ਬੰਦਾ ਸੀ, ਵੀ ਰੱਬ ਦੀ ਭਗਤੀ ਕਰੋ, ਹੋਰ ਆਪਾਂ ਨੇ ਹੋਰ ਕਿਸੇ ਤੋਂ ਮੈਨੇ ਕੀ ਲੈਣਾ, ਠੀਕ ਹੈ ਜੀ, ਮੇਰਾ ਰੱਬ ਰਾਜੀ ਹੋ ਜੇ। ਪਰ ਤਾਂ ਕਰਕੇ ਰੀਅਲ ਕੰਟਰੋਲ ਕਿੰਗਡਮ ਦਾ ਕਿਹਦੇ ਕੋਲ ਸੀ, ਬਲਬਨ ਕੋਲੇ। ਹੁਣ ਮੇਰੀ ਗੱਲ ਸੁਣੋ ਧਿਆਨ ਨਾਲ, ਇਲਤੁਤਮਿਸ਼ ਦੇ ਟਾਈਮ ਤੋਂ ਇਹ ਵਿਚਾਰਾ ਦੇਖਦਾ ਆ ਰਿਹਾ, ਇਹਨੇ ਰਜ਼ੀਆ ਸੁਲਤਾਨ ਦੇਖੀ, 2-4 ਰਾਜੇ ਵਿੱਚ ਹੋਰ ਦੇਖੇ, ਉਹ ਤੋਂ ਬਾਅਦ ਆ ਵੀ ਦੇਖਿਆ, ਇਹਨੂੰ ਤਾਂ ਪੂਰਾ ਹਿਸਾਬ ਕਿਤਾਬ ਆ ਗਿਆ ਹੋਣਾ ਵੀ ਰਾਜਕਾਜ ਕਿਵੇਂ ਚੱਲਦਾ ਹੈ। ਤੇ ਮਰਨਾ ਨਹੀਂ ਚਾਹੁੰਦਾ ਸੀ, ਇਹਨੂੰ ਐ ਸੀਗਾ ਵੀ ਮੈਂ ਨਹੀਂ ਮਰ ਸਕਦਾ ਬਿਨਾਂ ਰਾਜਗਦੀ ਤੇ ਬੈਠੇ। ਤਾਂ ਕਰਕੇ ਇਹਨੇ ਪੂਰਾ ਜ਼ੋਰ ਲਾਇਆ ਇੱਥੇ ਤੱਕ ਪਹੁੰਚਣ ਲਈ। ਉਹ ਤੋਂ ਬਾਅਦ ਲਾਸਟ ਤੇ ਇਹਨੇ ਕੀ ਕੀਤਾ, ਨਸਰੁਦੀਨ ਨੂੰ ਕਹਿੰਦੇ ਨੇ, ਕੋਈ ਕਹਿੰਦਾ ਵੀ ਇਹਨੇ ਜ਼ਹਿਰ ਦੇ ਕੇ ਮਰਵਾਤਾ, ਕੋਈ ਕਹਿੰਦਾ ਉਹ ਵੈਸੇ ਮਰ ਗਿਆ। 1266 ਦੇ ਵਿੱਚ ਉਹ ਮਰ ਗਿਆ, ਤੇ ਉਹ ਤੋਂ ਬਾਅਦ ਨਵਾਂ ਰਾਜਾ ਕੌਣ ਆਇਆ, ਬਲਬਨ। ਇਹ 9th ਰਾਜਾ ਸੀਗਾ ਜੀ, ਠੀਕ ਹੈ। ਇਹ ਆਪਣੇ ਕੋਲੇ ਦਿੱਲੀ ਸਲਤਨਤ ਦਾ 9ਵਾਂ ਰਾਜਾ ਸੀ, ਜਿਹੜਾ ਕਿ ਉਹ ਤੋਂ ਬਾਅਦ ਥਰੋਨ ਦੇ ਉੱਤੇ ਆਇਆ। ਤੇ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਰਾਜਾ ਸੀਗਾ ਜੀ, ਠੀਕ ਹੈ। ਬਹੁਤ ਜ਼ੋਰ ਲਾਇਆ ਇਹਨੇ, ਕਹਾਂ ਤੇਰੇ ਬਲਬਨ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦਬਦਾ ਕਿੱਥੇ ਆ। ਤੁਸੀਂ ਐਂ ਦੇਖੋ ਵੀ ਇਲਤੁਤਮਿਸ਼ ਦੇ ਟਾਈਮ ਤੋਂ ਇੰਨੀ ਦੂਰ ਤੱਕ ਆਣਾ, ਇੰਨੀ ਉਮਰ ਦੇ ਵਿੱਚ ਉਹ ਰਾਜਾ ਬਣਿਆ, ਹਜੇ ਉਹ ਆਪਣੇ ਕੰਮ ਕਰੂਗਾ। ਹੁਣ ਤੱਕ ਤਾਂ ਉਹ ਸਿਰਫ ਕਦੇ ਕਿਤੇ ਆਇਆ, ਕਦੇ ਕਿਤੇ ਆਇਆ, ਕਦੇ ਕਿਤੇ ਆਇਆ, ਕਿਵੇਂ ਖਰੀਦਿਆ, ਕੀ ਕੁਛ ਹੋਇਆ, ਬਹੁਤ ਕੁਛ ਹੋਇਆ, ਠੀਕ ਹੈ ਜੀ। ਪਰ ਹੁਣ ਉਹ ਆ ਕੇ ਕੀ ਬਣਿਆ, ਰਾਜਾ ਬਣਿਆ। ਕਹਿੰਦੇ ਨੇ ਸਭ ਤੋਂ ਤਕੜਾ ਰਾਜਾ ਦਿੱਲੀ ਸਲਤਨਤ ਦਾ ਇਹੀ ਸੀਗਾ ਜੀ। ਬਹੁਤ ਵਧੀਆ ਇਹਨੇ ਰਾਜਨੀਤੀਆਂ ਬਣਾਈਆਂ, ਬਹੁਤ ਕੁਝ ਕੀਤਾ, ਚੰਗੇ ਮਾੜੇ ਕੰਮ ਕੀਤੇ। ਇਹਦੇ ਬਾਰੇ ਬਹੁਤ ਕੁਝ ਪੜਾਂਗੇ ਆਪਾਂ ਅਗਲੇ ਲੈਕਚਰ ਦੇ ਵਿੱਚ। ਥੈਂਕ ਯੂ ਵੈਰੀ ਮਚ।